ਸਾਰੇ ਦਰਸ਼ਕਾਂ ਨੂੰ ਜੈ ਮਸੀਹ ਦੀ। ਦੋਸਤੋ, ਤੁਸੀਂ ਵੇਖ ਰਹੇ ਹੋ ਆਪਣਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਭਨਾਂ ਦਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਅਤੇ ਸਾਡੇ ਪ੍ਰੋਗਰਾਮਾਂ ਦੇ ਰਾਹੀਂ ਪਰਮੇਸ਼ਰ ਦੀਆਂ ਆਸ਼ੀਸ਼ਾਂ ਦਾ ਲਾਭ ਉਠਾ ਰਹੇ ਹੋਵੋਗੇ। ਦੋਸਤੋ, ਅਸੀਂ ਆਪਣੇ ਪਿਛਲੇ ਪ੍ਰੋਗਰਾਮ ਦੇ ਵਿੱਚ ਉਹਨਾਂ ਬੁੱਧਵਾਨ ਰਾਜਿਆਂ ਦੇ ਤੋਹਫਿਆਂ ਬਾਰੇ ਜਾਣ ਰਹੇ ਸੀ ਜੋ ਕਿ ਜੋਤਿਸ਼ ਵਿਦਿਆ ਦੇ ਵੀ ਮਾਹਿਰ ਸਨ। ਅਸੀਂ ਜਾਣਿਆ ਕਿ ਕਿਵੇਂ ਉਹਨਾਂ ਜੋਤਸ਼ੀਆਂ ਦੇ ਦੁਆਰਾ ਪ੍ਰਭੂ ਯਿਸੂ ਮਸੀਹ ਨੂੰ ਚੜ੍ਹਾਏ ਗਏ ਤੋਹਫੇ ਪ੍ਰਭੂ ਯਿਸੂ ਮਸੀਹ ਜੀ ਦੇ ਵੱਖ-ਵੱਖ ਅਹੁਦਿਆਂ ਦੇ ਲਈ ਬਿਲਕੁਲ ਢੁਕਵੇਂ ਬੈਠਦੇ ਹਨ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਜਾਣਾਂਗੇ ਕਿ ਜਦੋਂ ਯਿਸੂ ਜੀ ਦਾ ਜਨਮ ਹੋਣਾ ਸੀ ਤਾਂ ਉਹਦੇ ਮਾਤਾ-ਪਿਤਾ ਸੰਸਾਰ ਦੇ ਵਿੱਚ ਪਹਿਲੀ ਜਨਗਣਨਾ ਦੇ ਲਈ ਆਪਣਾ ਨਾਮ ਲਿਖਾਉਣ ਦੇ ਲਈ ਯਰੂਸ਼ਲਮ ਦੇ ਬੈਥਲਹਮ ਨੂੰ ਆਉਂਦੇ ਹਨ। ਉਸੇ ਦੌਰਾਨ ਮਰੀਅਮ ਦੇ ਬੱਚੇ ਨੂੰ ਜਨਮ ਦੇਣ ਦੇ ਦਿਨ ਪੂਰੇ ਹੋ ਜਾਂਦੇ ਹਨ, ਪਰ ਪ੍ਰਭੂ ਯਿਸੂ ਜੀ ਦੇ ਜਨਮ ਵੇਲੇ ਉਸਦੇ ਮਾਤਾ-ਪਿਤਾ ਨੂੰ ਰਹਿਣ ਦੇ ਲਈ ਕਿਤੇ ਵੀ ਸਰਾਂ ਦੇ ਵਿੱਚ ਕੋਈ ਜਗ੍ਹਾ ਨਾ ਮਿਲੀ। ਕਿਉਂ? ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਇਸੇ ਦਾ ਜਵਾਬ ਤਲਾਸ਼ਣ ਦੇ ਲਈ ਆਪਣੇ ਅਧਿਐਨ ਨੂੰ ਜਾਰੀ ਰੱਖਾਂਗੇ, ਆਪਣੇ ਅਧਿਐਨ ਨੂੰ ਕਰਾਂਗੇ। ਅੱਜ ਅਸੀਂ ਲੂਕਾ ਦੀ ਅੰਜੀਲ ਦੇ 2 ਅਧਿਆਏ ਦੀ 7 ਆਇਤ ਦੇ ਵਚਨਾਂ ਉੱਤੇ ਗੌਰ ਕਰਾਂਗੇ। ਸਾਡੇ ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਸਰਾਂ ਦੇ ਵਿੱਚ ਥਾਂ ਕਿਉਂ ਨਹੀਂ ਸੀ? ਨੰਬਰ 1, ਇੱਕ ਸ਼ਾਨਦਾਰ ਮੌਕਾ। ਇਸ ਦੇ ਵਿੱਚ ਗੌਰ ਕਰਨ ਵਾਲੀਆਂ ਗੱਲਾਂ ਹਨ। ਜਦੋਂ ਪਰਮੇਸ਼ਵਰਤਾਈ ਨੇ ਮਨੁੱਖਤਾਈ ਦੇ ਵਿੱਚ ਦਖਲ ਦਿੱਤਾ, ਜਦੋਂ ਸਦੀਪਕਤਾ ਨੇ ਸਮੇਂ ਦੇ ਵਿੱਚ ਦਖਲ ਦਿੱਤਾ, ਜਦੋਂ ਬਾਦਸ਼ਾਹੀ ਨੇ ਗਰੀਬੀ ਦੇ ਵਿੱਚ ਦਖਲ ਦਿੱਤਾ। ਨੰਬਰ 2, ਇੱਕ ਖੁੰਝਿਆ ਹੋਇਆ ਮੌਕਾ। ਤਾਂ ਫਿਰ ਦੋਸਤੋ, ਕੀ ਤੁਸੀਂ ਤਿਆਰ ਹੋ ਅੱਜ ਦੇ ਅਧਿਐਨ ਪ੍ਰੋਗਰਾਮ ਦੇ ਲਈ? ਜ਼ਿੰਦਗੀ ਦਾ ਤਾਜ ਮਿਲੂ।
ਦੀਆਂ ਘੜੀਆਂ ਪਰਖਦੀਆਂ ਈਮਾਨ ਪਰਖਿਆ ਜਾਵੇਗਾ ਮੇਰਾ ਈਮਾਨ ਮੇਰਾ ਈਮਾਨ ਤੇਰਾ ਈਮਾਨ ਮੇਰਾ ਕੱਲ ਹੋਣੀ ਬਹੁਤ ਜ਼ਰੂਰੀ ਏ ਕੱਲ ਹੋਣੀ ਬਹੁਤ ਜ਼ਰੂਰੀ ਏ ਇਹ ਅੱਜ ਹੋਵੇ ਜਾਂ ਕੱਲ ਹੋਵੇ ਮੇਰੀਆਂ ਤਾਂ ਦਿਲੋਂ ਦਵਾਵਾਂ ਨੇ ਮੇਰਾ ਮੁਖ ਮਸੀਹ ਦੇ ਵੱਲ ਅੱਜ ਦੇ ਇਸ ਦਿਸ਼ਾ ਪਰਿਵਰਤਨ ਪ੍ਰੋਗਰਾਮ ਵਿੱਚ ਤੁਹਾਡਾ ਸਵਾਗਤ ਹੈ। ਅੱਜ ਦੇ ਵਚਨ ਦੀ ਰੂਪਰੇਖਾ ਇਸ ਪ੍ਰਕਾਰ ਹੈ। ਸਰਾਂ ਵਿੱਚ ਥਾਂ ਕਿਉਂ ਨਹੀਂ ਸੀ। ਲੂਕਾ 2 ਅਧਿਆਇ 7 ਵਚਨ। ਨੰਬਰ 1, ਇੱਕ ਸ਼ਾਨਦਾਰ ਮੌਕਾ। ਭਾਗ ਊੜਾ, ਜਦੋਂ ਪਰਮੇਸ਼ਵਰਤਾਈ ਨੇ ਮਨੁੱਖਤਾਈ ਵਿੱਚ ਦਖਲ ਦਿੱਤਾ। ਭਾਗ ਐੜਾ, ਜਦੋਂ ਸੰਦੀਪਤਾ ਨੇ ਸਮੇਂ ਵਿੱਚ ਦਖਲ ਦਿੱਤਾ। ਭਾਗ ਈੜੀ, ਜਦੋਂ ਬਾਦਸ਼ਾਹੀ ਨੇ ਗਰੀਬੀ ਵਿੱਚ ਦਖਲ ਦਿੱਤਾ। ਨੰਬਰ 2, ਇੱਕ ਖੁੰਝਿਆ ਹੋਇਆ ਮੌਕਾ। ਮੈਂ ਅੱਜ ਆਪਣੇ ਵਿਚਾਰ ਪਵਿੱਤਰ ਵਚਨ ਦੀ ਇੱਕ ਸਰਲ ਜਿਹੀ ਐਤ ਦੇ ਆਲੇ ਦੁਆਲੇ ਬਲੇਟਣਾ ਚਾਹੁੰਦਾ ਹਾਂ, ਜੋ ਲੂਕਾ 2 ਅਧਿਆਇ ਵਿੱਚ ਪਾਈ ਜਾਂਦੀ ਹੈ। ਲੂਕਾ 2 ਅਧਿਆਇ 7 ਵਚਨ। ਅਤੇ ਉਹ ਆਪਣਾ ਜੇਠਾ ਪੁੱਤਰ ਜਣੀ ਔਰ ਉਹਨੂੰ ਕੱਪੜੇ ਵਿੱਚ ਬਲੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਹਨਾਂ ਨੂੰ ਸਰਾਂ ਵਿੱਚ ਥਾਂ ਨਾ ਮਿਲਿਆ। ਅਤੇ ਉਹ ਆਪਣਾ ਜੇਠਾ ਪੁੱਤਰ ਜਣੀ ਉਹਨੂੰ ਕੱਪੜੇ ਵਿੱਚ ਬਲੇਟ ਕੇ ਖੁਰਲੀ ਵਿੱਚ ਰੱਖਿਆ, ਕਿਉਂ ਜੋ ਉਹਨੂੰ ਸਰਾਂ ਵਿੱਚ ਥਾਂ ਨਾ ਮਿਲਿਆ। ਸਾਲ ਵਿੱਚ ਇੱਕ ਵਾਰ ਸਾਡੇ ਸਭਨਾਂ ਨਾਲ ਕੁਝ ਅਜਿਹਾ ਹੁੰਦਾ ਹੈ ਜਿਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਅਮਰੀਕਾ ਦਾ ਹਰ ਸਟੋਰ 24 ਘੰਟਿਆਂ ਲਈ ਬੰਦ ਰਹਿੰਦਾ ਹੈ। ਕੇਵਲ ਆਪਾਤਕਾਲੀਨ ਸਥਿਤੀ ਵਿੱਚ ਹੀ ਕੁਝ ਲੋਕ ਕੰਮ ਕਰਦੇ ਹਨ। ਇਸ ਦਿਨ ਬੱਚੇ ਵੀ ਸਾਲ ਵਿੱਚ ਹੋਰ ਦਿਨਾਂ ਦੇ ਮੁਕਾਬਲੇ ਸਵੇਰੇ ਤੜਕੇ ਉੱਠ ਜਾਂਦੇ ਹਨ। ਸਾਰੀਆਂ ਗਲੀਆਂ ਸੁੰਨਸਾਨ ਨਜ਼ਰ ਆਉਂਦੀਆਂ ਹਨ। ਇਸ ਦਿਨ ਅਮਰੀਕਾ ਦੇ ਲੋਕਾਂ ਦੁਆਰਾ 230 ਕਰੋੜ ਤੋਂ ਵੀ ਵੱਧ ਡਾਲਰਾਂ ਦੇ ਤੋਹਫੇ ਇੱਕ ਦੂਜੇ ਨੂੰ ਦਿੱਤੇ ਅਤੇ ਲੈ ਜਾਂਦੇ ਹਨ। ਅਤੇ ਇਹ ਸਭ ਕੁਝ ਉਸ ਕਾਰਨ ਹੁੰਦਾ ਹੈ ਜੋ 2000 ਸਾਲ ਪਹਿਲਾਂ ਇੱਕ ਗੁਮਨਾਮ ਪਿੰਡ ਵਿੱਚ ਹੋਇਆ ਸੀ, ਜਿਸ ਦਾ ਬਾਈਬਲ ਯਹੂਦਾ ਦੇ ਹਜ਼ਾਰਾਂ ਵਿੱਚੋਂ ਇੱਕ ਵਜੋਂ ਵਰਣਨ ਕਰਦੀ ਹੈ। ਤੁਸੀਂ ਕ੍ਰਿਸਮਸ ਬਾਰੇ ਵੀ ਸੋਚਦੇ ਹੋ, ਤੁਹਾਨੂੰ ਇਹ ਗੱਲ ਮੰਨਣੀ ਪਵੇਗੀ ਕਿ ਇਹ ਇੱਕ ਅਦਭੁਤ ਕਹਾਣੀ ਹੈ। ਸਗੋਂ ਉਹ ਲੋਕ ਵੀ ਜੋ ਪਰਮੇਸ਼ਰ ਤੇ ਵਿਸ਼ਵਾਸ ਨਾ ਕਰਨ ਦਾ ਦਾਅਵਾ ਕਰਦੇ ਹਨ, ਕ੍ਰਿਸਮਸ ਨੂੰ ਮਨਾਉਂਦੇ ਹਨ, ਜਿਵੇਂ ਲੂਕਾ 2 ਅਧਿਆਇ ਵਿੱਚ ਵਰਣਨ ਕੀਤਾ ਗਿਆ ਹੈ। ਉਹ ਇੱਕ ਦੂਜੇ ਨੂੰ ਤੋਹਫੇ ਦਿੰਦਿਆਂ ਬਿਨਾਂ ਇਹ ਅਹਿਸਾਸ ਕੀਤੇ ਮਸੀਹ ਨੂੰ ਉਹ ਆਦਰ ਦਿੰਦੇ ਹਨ ਜਿਸ ਤੇ ਉਹ ਵਿਸ਼ਵਾਸ ਨਾ ਕਰਨ ਦਾ ਦਾਅਵਾ ਕਰਦੇ ਹਨ। ਅਸਲ ਵਿੱਚ ਪੂਰੇ ਇਤਿਹਾਸ ਵਿੱਚ ਅਤੇ ਸਾਰੇ ਸੱਭਿਆਚਾਰ ਵਿੱਚ ਇਹੋ ਜਿਹਾ ਕੁਝ ਵੀ ਨਹੀਂ ਹੈ। ਕ੍ਰਿਸਮਸ ਸੱਚਮੁੱਚ ਇੱਕ ਸ਼ਾਨਦਾਰ ਮੌਕਾ ਹੁੰਦਾ ਹੈ। ਇਸ ਤੋਂ ਪਹਿਲਾਂ ਕਿ 1981 ਵਿੱਚ ਜਦੋਂ ਸਾਡਾ ਪਰਿਵਾਰ ਇੱਥੇ ਆ ਕੇ ਵਸਿਆ, ਤੁਹਾਡੇ ਵਿੱਚੋਂ ਬਹੁਤ ਸਾਰੇ ਇਹ ਜਾਣਦੇ ਹਨ ਕਿ ਮੈਂ ਫੋਰਟ ਵੈਨ ਵਿੱਚ ਇੱਕ ਕਲੀਸਿਆ ਸ਼ੁਰੂ ਕੀਤੀ ਅਤੇ ਮੈਂ 12 ਸਾਲ ਤੱਕ ਇੰਡੀਆਨਾ ਵਿੱਚ ਇਸ ਕਲੀਸਿਆ ਦਾ ਪਾਸਟਰ ਰਿਹਾ। ਹੁਣ ਫੋਰਟ ਵੈਨ ਇੰਡੀਆਨਾ ਨੂੰ ਬਰਫੀਲਾ ਇਲਾਕਾ ਕਹਿਣਾ ਸਾਰੇ ਕਥਨਾਂ ਵਿੱਚੋਂ ਸਭ ਤੋਂ ਛੋਟਾ ਕਥਨ ਹੈ। ਸਾਡੇ ਲਈ ਸਰਦੀ ਵਿੱਚ ਬਰਫ਼ ਦੇ ਕਾਰਨ ਘੱਟ ਤੋਂ ਘੱਟ ਇੱਕ ਐਤਵਾਰ ਦੀ ਬੰਦਗੀ ਵੀ ਰੱਦ ਕਰਨਾ ਨਾਮੁਮਕਿਨ ਸੀ। ਇੱਕ ਖਾਸ ਸਰਦੀ ਨੂੰ ਮੈਂ ਕਦੀ ਨਹੀਂ ਭੁੱਲਾਂਗਾ। ਉਸ ਸਰਦੀ ਵਿੱਚ ਸਿਰਫ ਬਰਫ਼ ਹੀ ਨਹੀਂ ਪਈ, ਇਹ ਇੱਕ ਬਰਫੀਲਾ ਤੂਫਾਨ ਸੀ। ਇਹ ਫੋਰਟ ਵੈਨ ਇਲਾਕੇ ਵਿੱਚ ਆਇਆ ਅਤੇ ਉਸ ਦਿਨ ਸ਼ਨੀਵਾਰ ਸੀ। ਇਹ ਸਪਸ਼ਟ ਹੋ ਗਿਆ ਕਿ ਪੂਰੇ ਫੋਰਟ ਵੈਨ ਇੰਡੀਆਨਾ ਇਲਾਕੇ ਵਿੱਚ ਕਿਤੇ ਵੀ ਕੋਈ ਬੰਦਗੀ ਨਹੀਂ ਹੋਵੇਗੀ। ਅਸੀਂ ਉਸ ਸਮੇਂ ਸਾਡੇ ਗਿਰਜ ਵਿੱਚ ਹੀ ਟੈਲੀਵਿਜ਼ਨ ਤੇ ਇਸ ਦਾ ਸਿੱਧਾ ਪ੍ਰਸਾਰਣ ਵੇਖ ਰਹੇ ਸੀ। ਇਸ ਦਾ ਸਿੱਧਾ ਪ੍ਰਸਾਰਣ ਗਿਰਜੇ ਵਿੱਚ ਫੋਰਟ ਵੈਨ ਇੰਡੀਆਨਾ ਵਿੱਚ ABC ਐਫੀਲੇਟ ਦੁਆਰਾ ਵਿਖਾਇਆ ਜਾ ਰਿਹਾ ਸੀ ਅਤੇ ਅਸੀਂ ਫੋਨ ਤੇ ਹੀ ਇੱਕ ਮੀਟਿੰਗ ਕੀਤੀ
ਕਿ ਅਸੀਂ ਬੰਦਗੀ ਦਾ ਸਿੱਧਾ ਪ੍ਰਸਾਰਣ ਕਿਵੇਂ ਕਰਾਂਗੇ ਜਦ ਕਿ ਮੰਡਲੀ ਵਿੱਚ ਕੋਈ ਨਹੀਂ ਸੀ। ਹੁਣ ਦੋਸਤੋ, ਇਸ ਦੀ ਆਪਣੇ ਮਨ ਵਿੱਚ ਤਸਵੀਰ ਬਣਾਓ। ਗਿਰਜੇ ਦੇ ਸਾਹਮਣੇ ਇੱਕ ਉੱਚ ਮਾਰਗ ਸੀ ਜੋ ਪੂਰਾ ਬਰਫ਼ ਨਾਲ ਭਰਿਆ ਹੋਇਆ ਸੀ। ਉਹ ਇਸ ਨੂੰ ਪਰੇ ਨਹੀਂ ਹਟਾ ਸਕੇ। ਕੋਈ ਉੱਥੋਂ ਲੰਘਿਆ ਸੀ। ਲੋਕ ਬਰਫ਼ ਉੱਤੇ ਚੱਲਣ ਵਾਲੇ ਬੇਪਹੀਆਂ ਗੱਡੀ ਰਾਸ਼ਨ ਸਟੋਰ ਵਿੱਚ ਜਾ ਰਹੇ ਸਨ ਅਤੇ ਇਸ ਗੱਡੀ ਤੇ ਖਾਣਾ ਲੱਦ ਕੇ ਵਾਪਸ ਘਰਾਂ ਵਿੱਚ ਲਿਆ ਰਹੇ ਸਨ। ਇਹੋ ਜਿਹੀ ਹਾਲਤ ਸੀ। ਮੈਂ ਇਸ ਨੂੰ ਕਦੀ ਨਹੀਂ ਭੁੱਲਾਂਗਾ। ਸਾਡੇ ਕੋਲ ਸਟਾਰ ਨਾਂ ਦੀ ਇੱਕ ਗਾਇਕਾ ਹੈ ਜਿਸ ਨੇ ਸਾਡੇ ਲਈ ਬਹੁਤ ਗੀਤ ਗਾਏ। ਅਸੀਂ ਉਸ ਨੂੰ ਬਰਫ਼ ਤੇ ਚੱਲਣ ਵਾਲੀ ਗੱਡੀ ਤੇ ਗਿਰਜੇ ਵਿੱਚ ਲੈ ਕੇ ਆਏ। ਅਸੀਂ ਆਪਣੇ ਸਾਰੇ ਕੈਮਰੇ ਵਾਲੇ ਬੰਦਿਆਂ ਨੂੰ ਵੀ ਬਰਫ਼ ਤੇ ਚੱਲਣ ਵਾਲੀ ਗੱਡੀ ਤੇ ਲੈ ਕੇ ਆਏ। ਮੈਂ ਸਾਰੀ ਰਾਤ ਉੱਥੇ ਰਹਿ ਕੇ ਬਰਫ਼ ਦੇ ਵਿਸ਼ੇ ਤੇ ਪ੍ਰਚਾਰ ਤਿਆਰ ਕਰਦਾ ਰਿਹਾ ਅਤੇ ਮੈਂ ਉਸ ਐਤਵਾਰ ਨੂੰ ਬਰਫ਼ ਦੇ ਵਿਸ਼ੇ ਤੇ ਸੰਦੇਸ਼ ਦਿੱਤਾ। ਉਸ ਦਿਨ ਟੈਲੀਵਿਜ਼ਨ ਵੇਖਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਸੀ, ਜੋ ਕਿ ਅੱਜ ਤੱਕ ਕਿਸੇ ਵੀ ਐਤਵਾਰ ਦੇ ਦਿਨ ਫੋਰਟ ਵੈਨ ਵਿੱਚ ਹੁਣ ਤੱਕ ਕਦੇ ਨਹੀਂ ਹੋਈ ਸੀ। ਅਤੇ ਇਹ ਇਸ ਲਈ ਨਹੀਂ ਸੀ ਕਿ ਅਸੀਂ ਇੰਨੇ ਮਹਾਨ ਸੀ, ਪਰ ਇਸ ਲਈ ਕਿਉਂਕਿ ਉਹ ਹੋਰ ਕੁਝ ਨਹੀਂ ਕਰ ਸਕੇ। ਉਹਨਾਂ ਨੇ ਸਾਨੂੰ ਵੇਖਣਾ ਹੀ ਪਿਆ ਕਿਉਂਕਿ ਉਸ ਦਿਨ ਬਹੁਤ ਜ਼ਿਆਦਾ ਬਰਫ਼ ਪਈ ਹੋਈ ਸੀ ਅਤੇ ਮੈਂ ਅਕਸਰ ਸੋਚਦਾ ਹਾਂ ਕਿ ਮੈਂ ਇਸ ਬਰਫ਼ਬਾਰੀ ਵਿੱਚ ਇਸ ਤੋਂ ਵੱਡੇ ਮੌਕੇ ਬਾਰੇ ਨਹੀਂ ਸੋਚ ਸਕਦਾ। ਪਰ ਉਸ ਦਿਨ ਕੁਝ ਹੋਰ ਵੀ ਹੋਇਆ ਅਤੇ ਮੈਨੂੰ ਯਕੀਨ ਹੈ ਇਸ ਨੂੰ ਹੋਰਨਾਂ ਥਾਵਾਂ ਤੇ ਵੀ ਬਹੁਤ ਵਾਰ ਦੁਹਰਾਇਆ ਗਿਆ। ਫੋਰਟ ਬੈਨ ਵਿੱਚ ਇਹੋ ਜਿਹੀ ਸ਼ਾਂਤ ਛਾ ਗਈ ਜੋ ਮੈਂ ਅੱਜ ਤੱਕ ਪਹਿਲਾਂ ਕਦੇ ਨਹੀਂ ਜਾਣੀ। ਕੋਈ ਕਿਤੇ ਨਹੀਂ ਜਾ ਸਕਿਆ। ਹਰ ਕੋਈ ਆਪਣੇ ਪਰਿਵਾਰ ਨਾਲ ਘਰ ਦੇ ਅੰਦਰ ਬੰਦ ਸੀ। ਜੇ ਤੁਸੀਂ ਆਪਣੀ ਬਾਰੀ ਵਿੱਚੋਂ ਝਾਕ ਕੇ ਵੇਖਦੇ ਹੋ ਤਾਂ ਹਰ ਥਾਂ ਲੋਕਾਂ ਨੇ ਅੱਗ ਬਾਲੀ ਹੋਈ ਸੀ। ਇਹ ਸ਼ਾਂਤੀ ਦਾ ਸਮਾਂ ਸੀ। ਇਹੋ ਜਿਹੀ ਸ਼ਾਂਤੀ ਜਿਸ ਦਾ ਅਨੁਭਵ ਮੈਂ ਪਹਿਲਾਂ ਕਦੇ ਨਹੀਂ ਕੀਤਾ। ਮੇਰਾ ਇੱਕ ਮਨਪਸੰਦ ਲੇਖਕ ਫੈਡਰਿਕ ਬਿਊਚਨਰ ਵੀ ਬਿਲਕੁਲ ਇਹੋ ਜਿਹੀ ਸਥਿਤੀ ਬਾਰੇ ਦੱਸਦਾ ਹੈ, ਜੋ 1947 ਵਿੱਚ ਇੱਕ ਵਾਰ ਨਿਊਯਾਰਕ ਵਿੱਚ ਪੈਦਾ ਹੋਈ। ਉਸਨੇ ਕਿਹਾ, ਉਸ ਸਾਲ ਇੱਕ ਇਹੋ ਜਿਹਾ ਬਰਫ਼ ਦਾ ਤੂਫਾਨ ਆਇਆ ਜੋ ਪਹਿਲਾਂ ਕਦੇ ਨਹੀਂ ਆਇਆ ਸੀ। ਸਾਰਾ ਦਿਨ ਬਰਫ਼ ਪੈਂਦੀ ਰਹੀ। ਹੌਲੀ-ਹੌਲੀ ਸਾਰੇ ਤੁਰਨ ਵਾਲੇ ਰਸਤੇ ਅਤੇ ਪਾਰਕਾਂ ਵਿੱਚ ਖੜੀਆਂ ਕਾਰਾਂ ਅਤੇ ਸਾਰੀਆਂ ਇਮਾਰਤਾਂ ਬਰਫ਼ ਦੀ ਇੱਕ ਸਫੇਦ ਚਾਦਰ ਨਾਲ ਢੱਕੀਆਂ ਜਾਣ ਲੱਗੀਆਂ ਅਤੇ ਗਲੀਆਂ ਵਿੱਚ ਵੀ ਚਿੱਕੜ ਹੋਣ ਲੱਗਾ ਅਤੇ ਦੁਕਾਨਦਾਰ ਬਾਹਰ ਆ ਕੇ ਲੋਕਾਂ ਦੇ ਲੰਘਣ ਲਈ ਰਾਸਤਾ ਬਣਾਉਣ ਲੱਗੇ। ਪਰ ਜਿਉਂ-ਜਿਉਂ ਉਹ ਬਰਫ਼ ਨੂੰ ਸਾਫ਼ ਕਰਦੇ ਸਨ, ਹੋਰ ਬਰਫ਼ ਪਈ ਜਾਂਦੀ ਸੀ ਅਤੇ ਬਰਫ਼ ਨੂੰ ਹਟਾਉਣਾ ਨਾਮੁਮਕਿਨ ਜਿਹਾ ਹੋ ਗਿਆ ਅਤੇ ਇਸ ਦੇ ਨਤੀਜੇ ਵਜੋਂ ਸਾਰੇ ਟ੍ਰੈਫਿਕ ਵੀ ਰੁਕ ਗਏ ਅਤੇ ਸਾਰਾ ਕੰਮਕਾਰ ਠੱਪ ਹੋ ਗਿਆ ਅਤੇ ਲੋਕ ਰਾਤ ਹੋਣ ਤੋਂ ਪਹਿਲਾਂ-ਪਹਿਲਾਂ ਆਪਣੇ-ਆਪਣੇ ਘਰ ਪਹੁੰਚਣਾ ਚਾਹੁੰਦੇ ਸਨ ਅਤੇ ਅਗਲੀ ਸਵੇਰ ਨੂੰ ਇਹ ਚਹਿਲ-ਪਹਿਲ ਸ਼ਹਿਰ ਬਿਲਕੁਲ ਵੱਖਰਾ ਹੀ ਨਜ਼ਰ ਆ ਰਿਹਾ ਸੀ। ਇੱਕ ਵਾਰ ਜਦੋਂ ਅਸੀਂ ਨਿਊਯਾਰਕ ਵਿੱਚ ਸੀ, ਮੈਂ ਕਲਪਨਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਸਾਲ ਦੇ ਇਸ ਸੀਜ਼ਨ ਦੌਰਾਨ ਇਸ ਸ਼ਹਿਰ ਦਾ ਕਾਰੋਬਾਰ ਅਤੇ ਟ੍ਰੈਫਿਕ ਕਿਵੇਂ ਦੀ ਹੁੰਦੀ ਹੋਵੇਗੀ। ਬਿਊਚਨਰ ਆਪਣੀ ਕਹਾਣੀ ਨੂੰ ਜਾਰੀ ਰੱਖਦਾ ਹੈ। ਉਹ ਕਹਿੰਦਾ ਹੈ, ਲੋਕ ਜਿਨ੍ਹਾਂ ਕਾਰਾਂ ਨੂੰ ਛੱਡ ਗਏ ਉਹ ਬਰਫ਼ ਵਿੱਚ ਦਫ਼ਨ ਹੋ ਗਈਆਂ। ਲੋਕ ਕਾਰਾਂ ਨੂੰ ਜਿੱਥੇ ਖੜੀਆਂ ਸਨ ਉੱਥੇ ਹੀ ਛੱਡ ਕੇ ਤੁਰ ਕੇ ਚਲੇ ਗਏ ਅਤੇ ਕਾਰਾਂ ਨੂੰ ਗਲੀਆਂ ਦੇ ਅੱਧ ਵਿਚਾਲੇ ਛੱਡ ਗਏ। ਕਾਰ ਦਾ ਕੋਈ ਵੀ ਪਹੀਆ ਅੱਗੇ ਨਹੀਂ ਵੱਧਦਾ ਸੀ। ਜਦੋਂ ਅੱਧਾ ਦਿਨ ਗੁਜ਼ਰ ਗਿਆ, ਇਹੋ ਜਿਹੀ ਸ਼ਾਂਤੀ ਛਾ ਗਈ ਜਿਸ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ। ਜੋ ਥੋੜ੍ਹੀਆਂ ਬਹੁਤੀਆਂ ਆਵਾਜ਼ਾਂ ਆ ਰਹੀਆਂ ਸਨ, ਉਹ ਗਿਰਜੇ ਦੀਆਂ ਘੰਟੀਆਂ ਦੀਆਂ ਸਨ ਅਤੇ ਲੋਕਾਂ ਨੇ ਉਹਨਾਂ ਨੂੰ ਨਹੀਂ ਸੁਣਿਆ ਕਿਉਂਕਿ ਉਹ ਹੋਰ ਕੁਝ ਨਹੀਂ ਕਰ ਸਕਦੇ ਸਨ। ਉਸ ਨੇ ਲਿਖਿਆ ਕਿ ਲੋਕ ਤਦ ਤੱਕ ਨਹੀਂ ਸੁਣਦੇ ਜਦ ਤੱਕ ਤੇ ਕੋਈ ਸੰਕਟ ਜਾਂ ਮੁਸੀਬਤ ਨਾ ਆਵੇ। ਉਸ ਦਿਨ ਘੱਟੋ-ਘੱਟ ਨਿਊਯਾਰਕ ਵਾਸਤੇ ਤਾਂ ਇੱਕ ਪਲ ਲਈ ਸਾਰੀ ਦੁਨੀਆ ਹੀ ਰੁਕ ਗਈ ਅਤੇ ਚੁੱਪੀ ਜਾਂ ਸ਼ਾਂਤੀ ਦੀ ਇੱਕ ਹੋਰ ਉਦਾਹਰਨ ਹੈ ਜਿਸ ਦਾ ਅਸੀਂ ਅਨੁਭਵ ਕਰਦੇ ਹਾਂ। ਤੁਸੀਂ ਕਦੇ ਆਪਣੇ ਬੱਚਿਆਂ ਜਾਂ ਦੋਤਰਿਆਂ-ਪੋਤਰਿਆਂ ਨੂੰ ਕਦੀ ਕੋਈ ਖਿਡੌਣਾ ਲਿਆ ਕੇ ਦਿੱਤਾ ਜਿਸ ਲਈ ਇੱਕ ਬੈਟਰੀ ਦੀ ਲੋੜ ਹੋਵੇ ਅਤੇ ਉਸ ਖਿਡੌਣੇ ਨਾਲ ਬੈਟਰੀ ਆਈ ਹੀ ਨਾ ਹੋਵੇ। ਸਾਲ ਦਾ ਸਿਰਫ ਇਹੋ ਹੀ ਇੱਕ ਸਮਾਂ ਹੈ ਜਦੋਂ ਅਸੀਂ
7:11 ਨੂੰ ਸਲਾਮ ਕਰਦੇ ਹਾਂ ਕਿ ਇੱਕ ਇਹੋ ਹੀ ਇੱਕ ਥਾਂ ਹੈ ਜਿੱਥੇ ਤੁਸੀਂ ਲੱਭ ਸਕਦੇ ਹੋ ਅਤੇ ਜਦੋਂ ਤੁਸੀਂ ਜਾਂਦੇ ਹੋ, ਮੈਂ ਇਹ ਬਹੁਤ ਵਾਰ ਕੀਤਾ ਹੈ ਕਿ ਮੈਨੂੰ ਤਾਂ ਜਾਂਚ ਵੀ ਨਹੀਂ ਕਿ ਕਿੰਨੀ ਵਾਰ ਤੁਸੀਂ ਬਾਹਰ ਜਾਂਦੇ ਹੋ ਅਤੇ ਵੇਖਦੇ ਹੋ ਅਤੇ ਇਹ ਇੱਕ ਅਜੀਬ ਗੱਲ ਹੈ ਕਿਉਂਕਿ ਕੋਈ ਵੀ ਗਲੀ ਵਿੱਚ ਨਹੀਂ ਹੁੰਦਾ। ਜਦੋਂ ਕ੍ਰਿਸਮਸ ਆਉਂਦਾ ਹੈ, ਬਿਨਾਂ ਕੋਈ ਬਾਈਬਲ ਦੀ ਜਾਣਕਾਰੀ ਸਾਰੀ ਦੁਨੀਆ ਇੱਕ ਪਲ ਲਈ ਸੁਣਨ ਨੂੰ ਰੁਕ ਜਾਂਦੀ ਹੈ ਅਤੇ ਇਸ ਦੀ ਕੋਈ ਵਿਆਖਿਆ ਨਹੀਂ ਹੈ ਸਿਵਾਏ ਇਸ ਸੱਚ ਤੋਂ ਕਿ ਇਹ ਘਟਨਾ 2000 ਸਾਲ ਪਹਿਲਾਂ ਵਾਪਰੀ ਸੀ, ਜਿਸ ਤੋਂ ਅਸੀਂ ਹਾਲੇ ਵੀ ਨਹੀਂ ਉਭਰੇ ਹਾਂ। ਨੰਬਰ 1, ਇੱਕ ਸ਼ਾਨਦਾਰ ਮੌਕਾ। ਲੋਕ ਮੈਨੂੰ ਪੁੱਛਦੇ ਹਨ ਕਿ ਅਸੀਂ ਕ੍ਰਿਸਮਸ ਲਈ ਕਿਉਂ ਲੜਦੇ ਹਾਂ ਅਤੇ ਇਸ ਦਾ ਕੀ ਫਰਕ ਪੈਂਦਾ ਹੈ। ਜੇ ਉਹ ਰੁਕ ਕੇ ਇਸ ਦੀ ਨਿਰੀਖਣ ਕਰਨ ਤਾਂ ਉਹਨਾਂ ਨੂੰ ਅਹਿਸਾਸ ਹੋਵੇਗਾ ਕਿ ਇਹ ਕਿੰਨਾ ਸ਼ਾਨਦਾਰ ਮੌਕਾ ਹੈ। ਜਦੋਂ ਸਾਲ ਦੇ ਇਸ ਸਮੇਂ ਦੀ ਗੱਲ ਆਉਂਦੀ ਹੈ ਤਾਂ ਮੈਂ ਇੱਕ ਛੋਟੇ ਜਿਹੇ ਮੁੰਡੇ ਵਰਗਾ ਹੋ ਜਾਂਦਾ ਹਾਂ ਅਤੇ ਮੈਂ ਆਸ ਕਰਦਾ ਹਾਂ ਕਿ ਇਹ ਕਦੇ ਨਹੀਂ ਬਦਲੇਗਾ। ਜਦੋਂ ਇਸ ਰੁੱਤ ਵਿੱਚ ਉਤਸ਼ਾਹ ਜਾਂ ਭੇਤ ਦੀਆਂ ਗੱਲਾਂ ਆਉਂਦੀਆਂ ਹੈ ਤੇ ਮੈਂ ਉਸ ਹੱਦ ਤੱਕ ਪਹੁੰਚ ਜਾਂਦਾ ਹਾਂ ਜਦੋਂ ਮੈਂ ਕਹਿੰਦਾ ਹਾਂ, ਠੀਕ ਹੈ, ਹੁਣ ਕ੍ਰਿਸਮਸ ਆਉਣ ਵਾਲਾ ਹੈ, ਅਸੀਂ ਗਿਰਜੇ ਸਾਹਮਣੇ ਬਰਫ਼ ਤੇ ਸਕੇਟਿੰਗ ਕਰਾਂਗੇ। ਤੁਸੀਂ ਜਾਣਦੇ ਹੋ, ਕ੍ਰਿਸਮਸ ਸਾਡੇ ਲਈ ਏਦਾਂ ਸ਼ੁਰੂ ਹੁੰਦਾ ਹੈ ਅਤੇ ਇਹ ਕਿੱਥੋਂ ਆਉਂਦਾ ਹੈ। ਇਹ ਸਭ ਸਾਡੇ ਅੱਜ ਦੇ ਸੰਦੇਸ਼ ਦੀ ਉਹ ਛੋਟੀ ਜਿਹੀ ਐਤ ਵਿੱਚ ਹੈ ਜੋ ਅਸੀਂ ਇਸ ਸੰਦੇਸ਼ ਦੀ ਸ਼ੁਰੂਆਤ ਵਿੱਚ ਪੜ੍ਹੀ ਸੀ ਅਤੇ ਉਹ ਮਰੀਅਮ ਆਪਣਾ ਜੇਠਾ ਪੁੱਤਰ ਜਣੀ ਔਰ ਉਹਨੂੰ ਕੱਪੜੇ ਵਿੱਚ ਬਲੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਹਨਾਂ ਨੂੰ ਸਰਾਂ ਵਿੱਚ ਥਾਂ ਨਾ ਮਿਲਿਆ। ਭਾਗ ਊੜਾ, ਜਦੋਂ ਪਰਮੇਸ਼ਵਰ ਤਾਈ ਨੇ ਮਨੁੱਖ ਤਾਈ ਵਿੱਚ ਦਖਲ ਦਿੱਤਾ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਅਗਲੇ ਕ੍ਰਿਸਮਸ ਦਾ ਇੱਕ ਸ਼ਾਨਦਾਰ ਮੌਕੇ ਵਜੋਂ ਅਨੁਭਵ ਕਰਨ ਵਾਲੇ ਹੋ, ਦੋਸਤੋ, ਇਹ ਉਸ ਸ਼ਾਨਦਾਰ ਮੌਕੇ ਦੇ ਨੇੜੇ ਵੀ ਨਹੀਂ ਆਉਂਦਾ ਜਿਸ ਨੇ ਇਹ ਸਭ ਸ਼ੁਰੂ ਕੀਤਾ, ਕਿਉਂਕਿ ਇਸ ਮੌਕੇ ਨੇ ਦੋ ਦੁਨੀਆ ਨੂੰ ਇਕੱਠਾ ਕਰ ਦਿੱਤਾ ਜੋ ਪਹਿਲਾਂ ਇੱਕ ਦੂਜੇ ਤੋਂ ਜੁਦਾ ਸਨ। ਉਸ ਰਾਤ ਜਦੋਂ ਮਰੀਅਮ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ ਜੋ ਕਿ ਪਰਮੇਸ਼ਰ ਦਾ ਪੁੱਤਰ ਸੀ, ਸਭ ਤੋਂ ਪਹਿਲੀ ਵਾਰ ਖੁਦਾਈ ਨੇ ਮਨੁੱਖਤਾਈ ਵਿੱਚ ਦਖਲ ਦਿੱਤਾ। ਕੁਲਸੀਆ ਦੀ ਪੱਤਰੀ ਸਾਨੂੰ ਇਹੋ ਜਿਹੀ ਕਹਾਣੀ ਦੱਸਦੀ ਹੈ। ਇਹ ਕਹਿੰਦੀ ਹੈ, ਉਹ ਮਸੀਹ ਅਲੱਗ ਪਰਮੇਸ਼ਰ ਦਾ ਰੂਪ ਅਤੇ ਸਾਰੀ ਸ੍ਰਿਸ਼ਟ ਵਿੱਚੋਂ ਜੇਠਾ ਹੈ, ਕਿਉਂ ਜੋ ਪਿਤਾ ਨੂੰ ਇਹ ਭਾਇਆ ਜੋ ਸਾਰੀ ਸੰਪੂਰਨਤਾਈ ਪਰਮੇਸ਼ਰ ਦੀ ਉਸ ਵਿੱਚ ਵਸੇ। ਕੁਲਸੀਆ 1 ਅਧਿਆਇ 15 ਵਚਨ ਤੋਂ ਲੈ ਕੇ 19 ਵਚਨ ਤੱਕ। ਕੁਲਸੀਆ 2 ਅਧਿਆਇ 9 ਵਚਨ ਕਹਿੰਦਾ ਹੈ, ਕਿਉਂ ਜੋ ਪਰਮੇਸ਼ਰ ਤਾਈ ਦੀ ਸਾਰੀ ਭਰਪੂਰੀ ਉਸੇ ਮਸੀਹ ਵਿੱਚ ਦੇਹਧਾਰੀ ਹੋ ਕੇ ਬਸੀ ਹੈ। ਇਤਿਹਾਸ ਦੀਆਂ ਤਰੀਖਾਂ ਵਿੱਚ ਇਸ ਤਰ੍ਹਾਂ ਪਹਿਲਾਂ ਕਦੀ ਨਹੀਂ ਹੋਇਆ ਕਿ ਪਰਮੇਸ਼ਰ ਮਨੁੱਖ ਕੋਲ ਆਇਆ ਹੋਵੇ ਅਤੇ ਮਨੁੱਖੀ ਸਰੀਰ ਵਿੱਚ ਸਾਡੇ ਵਰਗਾ ਬਣਿਆ ਹੋਵੇ। ਪਰਮੇਸ਼ਰ ਤਾਈ ਅਸਲ ਵਿੱਚ ਮਨੁੱਖ ਤਾਈ ਵਿੱਚ ਦਖਲ ਹੋਈ। ਉਸਨੇ ਆਪਣੀ ਪਰਮੇਸ਼ਰ ਤਾਈ ਨੂੰ ਨਹੀਂ ਗਵਾਇਆ, ਪਰ ਉਹ ਸਰੀਰ ਵਿੱਚ ਪਰਮੇਸ਼ਰ ਸੀ ਅਤੇ ਉਸ ਰਾਤ ਜਦੋਂ ਯਿਸੂ ਦਾ ਜਨਮ ਹੋਇਆ, ਇਸ ਖੁਸ਼ੀ ਜਿਸ ਦਾ ਅਸੀਂ ਅਨੁਭਵ ਕਰਦੇ ਹਾਂ, ਜਦੋਂ ਪਰਮੇਸ਼ਰ ਨੇ ਸਾਡੇ ਨਾਲ ਅਜਿਹਾ ਪਿਆਰ ਕੀਤਾ ਕਿ ਉਸਨੇ ਆਪਣਾ ਇਕਲੌਤਾ ਪੁੱਤਰ ਸਾਡੇ ਵਿੱਚ ਭੇਜ ਦਿੱਤਾ ਅਤੇ ਉਹ ਸਾਡੇ ਵਿੱਚ ਚੱਲਿਆ ਫਿਰਿਆ। ਅਤੇ ਮੈਂ ਕਈ ਸਾਲਾਂ ਤੋਂ ਇਹ ਕਹਿੰਦਾ ਆ ਰਿਹਾ ਹਾਂ ਕਿ ਯਿਸੂ ਸਰੀਰ ਵਿੱਚ ਹੋ ਕੇ ਪਰਮੇਸ਼ਰ ਨਾਲੋਂ ਘੱਟ ਨਹੀਂ ਸੀ, ਉਹ ਸਾਡੇ ਵਰਗਾ ਬਣ ਗਿਆ। ਮਸੀਹ ਵਿੱਚ, ਯਿਸੂ ਵਿੱਚ, ਸਰੀਰ ਵਿੱਚ ਪਰਮੇਸ਼ਰ ਦੀ ਸੰਪੂਰਨਤਾਈ ਬਸਦੀ ਸੀ। ਇਹ ਉਹ ਪਲ ਸੀ ਜਦੋਂ ਪਰਮੇਸ਼ਰ ਇੱਕ ਮਨੁੱਖ ਬਣਿਆ। ਮੰਨ ਲਓ ਕਿ ਇਹ ਨਾ ਹੋਇਆ ਹੁੰਦਾ, ਮੰਨ ਲਓ ਕਿ ਅਸੀਂ ਇੱਕ ਅਜਿਹੀ ਪੀੜ੍ਹੀ ਵਿੱਚ ਰਹਿੰਦੇ ਹੁੰਦੇ ਅਤੇ ਸਾਨੂੰ ਪਹਿਲਾਂ ਤੋਂ ਹੀ ਪਤਾ ਲੱਗ ਜਾਂਦਾ ਕਿ ਕਿਸੇ ਖਾਸ ਦਿਨ, ਕਿਸੇ ਖਾਸ ਸਥਾਨ ਤੇ ਸਰਬਸ਼ਕਤੀਮਾਨ ਪਰਮੇਸ਼ਰ ਸਵਰਗ ਤੋਂ ਉਤਰੇਗਾ ਅਤੇ ਮਨੁੱਖ ਬਣੇਗਾ ਅਤੇ ਸਾਡੇ ਵਿੱਚ ਚੱਲੇਗਾ ਫਿਰੇਗਾ, ਤਾਂ ਕਿ ਅਸੀਂ ਉਸ ਨੂੰ ਸਮਝ ਸਕੀਏ ਕਿ ਮਨੁੱਖੀ ਸ਼ਬਦਾਂ ਵਿੱਚ ਪਰਮੇਸ਼ਰ ਕੌਣ ਹੈ, ਤਾਂ ਅਸੀਂ ਉਸ ਦੇ ਆਉਣ ਦਾ ਇੱਕ ਵੱਡਾ ਜਸ਼ਨ ਮਨਾਉਂਦੇ। ਅਸੀਂ ਸਾਰੇ ਸ਼ਾਇਦ ਨਿਊਯਾਰਕ ਜਾਂ ਲਾਸ ਏਜੰਸ ਜਾਂ ਪੈਰਿਸ ਵਰਗੇ ਸ਼ਹਿਰ ਵਿੱਚ ਜਾ ਕੇ ਕਿਸੇ ਹੋਰ ਥਾਂ ਤੇ ਇਕੱਠੇ ਹੁੰਦੇ ਜੋ ਮਸ਼ਹੂਰ ਹੈ ਅਤੇ ਇੱਕ ਵੱਡੇ ਜਸ਼ਨ ਦੀ ਤਿਆਰੀ ਕਰਦੇ, ਕਿਉਂਕਿ ਸਾਡੇ ਵਿੱਚ ਪਰਮੇਸ਼ਰ ਆ ਰਿਹਾ ਸੀ। ਪਰਮੇਸ਼ਰ ਸਵਰਗ ਨੂੰ ਛੱਡ ਕੇ ਸਾਡੇ ਵਿੱਚ ਵਾਸ ਕਰਨ ਲਈ ਆ ਰਿਹਾ ਸੀ ਅਤੇ ਅਸੀਂ ਇਸ ਘਟਨਾ ਦਾ ਵੱਡਾ ਜਸ਼ਨ ਮਨਾਉਂਦੇ ਹਾਂ। ਖੈਰ, ਮੈਂ ਇੱਥੇ ਤੁਹਾਨੂੰ ਇਹ ਦੱਸਣਾ ਚਾਹੁੰਦਾ ਹਾਂ ਕਿ ਪਰਮੇਸ਼ਰ ਆ ਚੁੱਕਾ ਹੈ।
ਪਾਰਟੀ ਜਾਂ ਜਸ਼ਨ ਪਹਿਲਾਂ ਤੋਂ ਹੀ ਸ਼ੁਰੂ ਹੋ ਚੁੱਕਾ ਹੈ। ਪਰਮੇਸ਼ਰ ਮਨੁੱਖ ਬਣ ਚੁੱਕਾ ਹੈ। ਉਸ ਦਿਨ ਜਦੋਂ ਮਰੀਅਮ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ, ਪਰਮੇਸ਼ਰ ਤਾਈ ਨੇ ਮਨੁੱਖਤਾਈ ਵਿੱਚ ਦਖਲ ਦਿੱਤਾ। ਭਾਗ ਐੜਾ, ਜਦੋਂ ਸੰਦੀਪਤਾ ਨੇ ਸਮੇਂ ਵਿੱਚ ਦਖਲ ਦਿੱਤਾ। ਪਰ ਜਦੋਂ ਮਰੀਅਮ ਨੇ ਆਪਣੇ ਜੇਠੇ ਪੁੱਤਰ ਨੂੰ ਜਨਮ ਦਿੱਤਾ ਤਾਂ ਹੋਰ ਕੁਝ ਵੀ ਹੋਇਆ। ਸੰਦੀਪਤਾ ਨੇ ਸਮੇਂ ਵਿੱਚ ਦਖਲ ਦਿੱਤਾ। ਮੈਂ ਤੁਹਾਨੂੰ ਸਮਝਾਉਂਦਾ ਹਾਂ। ਅਸੀਂ ਜ਼ਿੰਦਗੀ ਨੂੰ ਦਿਨਾਂ ਅਤੇ ਮਿੰਟਾਂ ਅਤੇ ਘੰਟਿਆਂ ਅਤੇ ਮਹੀਨਿਆਂ ਅਤੇ ਸਾਲਾਂ ਦੇ ਹਿਸਾਬ ਨਾਲ ਸਮਝਦੇ ਹਾਂ। ਪਰਮੇਸ਼ਰ ਆਪਣੇ ਅਨੁਭਵ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਜਾਣਦਾ। ਪਰਮੇਸ਼ਰ ਸਮੇਂ ਸੀਮਾ ਵਿੱਚ ਨਹੀਂ ਰਹਿੰਦਾ। ਪਰਮੇਸ਼ਰ ਨੇ ਸਮੇਂ ਨੂੰ ਬਣਾਇਆ ਹੈ। ਪਰਮੇਸ਼ਰ ਸਮੇਂ ਤੋਂ ਬਾਹਰ ਰਹਿੰਦਾ ਹੈ ਅਤੇ ਪਰਮੇਸ਼ਰ ਅਤੇ ਉਸ ਦੀ ਦ੍ਰਿਸ਼ਟੀ ਸੀਮਾ ਹਰ ਚੀਜ਼ ਵਰਤਮਾਨ ਵਿੱਚ ਹੈ। ਹਰ ਚੀਜ਼ ਹੁਣ ਹੈ। ਸਿਰਫ ਮਨੁੱਖ ਹੀ ਰੇਖਾਬੱਧ ਹਨ। ਅਸੀਂ ਚੀਜ਼ਾਂ ਨੂੰ ਪਿੱਛੇ ਅਤੇ ਅੱਗੇ ਵੇਖਦੇ ਹਾਂ। ਪਰਮੇਸ਼ਰ ਇਹ ਨਹੀਂ ਵੇਖਦਾ। ਪਰਮੇਸ਼ਰ ਹਰ ਇੱਕ ਚੀਜ਼ ਨੂੰ ਸੰਦੀਪਕ ਵਰਤਮਾਨ ਵਿੱਚ ਵੇਖਦਾ ਹੈ ਅਤੇ ਉਸ ਦਿਨ ਪਰਮੇਸ਼ਰ ਨੇ ਜੋ ਸੰਦੀਪਕ ਹੈ ਅਤੇ ਆਪਣੇ ਆਪ ਨੂੰ ਸਮੇਂ ਵਿੱਚ ਸਾਲਾਂ ਲਈ ਸੀਮਤ ਕਰਨ ਦਾ ਫੈਸਲਾ ਕੀਤਾ। ਇਹ ਇੱਕ ਅਨੋਖਾ ਵਿਚਾਰ ਹੈ। ਸੰਦੀਪਤਾ ਸਮਾਂ ਬਣ ਗਈ। ਪਰਮੇਸ਼ਰ ਜੋ ਅਨਾਦਿ ਕਾਲ ਤੋਂ ਪਿਤਾ ਦੇ ਨਾਲ ਸੀ, ਕੁਝ ਸਾਲਾਂ ਲਈ ਉਸਨੇ ਧਰਤੀ ਤੇ ਆਉਣਾ ਚੁਣਿਆ ਅਤੇ ਆਪਣੇ ਆਪ ਨੂੰ ਸਮਿਆਂ ਦੀਆਂ ਹੱਦਾਂ ਵਿੱਚ ਸੀਮਤ ਕੀਤਾ। ਅਸੀਂ ਜਾਣਦੇ ਹਾਂ ਕਿ ਸਾਲ ਦੇ ਇਸ ਸੀਜ਼ਨ ਵਿੱਚ ਹੋਰ ਕਿਸੇ ਵੀ ਸਮੇਂ ਨਾਲੋਂ ਵੱਧ ਦਬਾਅ ਆਉਂਦਾ ਹੈ। ਅਸੀਂ ਸਮੇਂ ਸਰਨੀਆਂ ਅਤੇ ਸਮੇਂ ਅਤੇ ਘਟਨਾਵਾਂ ਅਤੇ ਪਾਰਟੀਆਂ ਅਤੇ ਸਮੇਂ ਸੀਮਾਵਾਂ ਅਤੇ ਕਦੋਂ ਸਟੋਰ ਬੰਦ ਹੋਣਗੇ ਇਸ ਬਾਰੇ ਸਾਵਧਾਨ ਰਹਿੰਦੇ ਹਾਂ। ਪੂਰੇ ਦੇਸ਼ ਵਿੱਚ ਇਹ ਮਨੁੱਖਾਂ ਦੇ ਮਨਾਂ ਤੇ ਇੱਕ ਸੰਦੀਪਕ ਧੱਬਾ ਹੈ। ਪਰ ਪਰਮੇਸ਼ਰ ਲਈ ਇਹ ਕੁਝ ਵੀ ਨਹੀਂ ਹੈ। ਪਰਮੇਸ਼ਰ ਸਮੇਂ ਤੋਂ ਉੱਪਰ ਹੈ। ਪਰਮੇਸ਼ਰ ਸਮੇਂ ਤੋਂ ਪਰੇ ਰਹਿੰਦਾ ਹੈ। ਪਰ ਉਸ ਰਾਤ ਪਰਮੇਸ਼ਰ ਚਾਹਵਾਨ ਸੀ ਜਦੋਂ ਪਰਮੇਸ਼ਰ ਸੰਦੀਪਕ ਪੁੱਤਰ ਆਪਣੀ ਸੰਦੀਪਤਾ ਨੂੰ ਤਿਆਗੇ ਬਿਨਾਂ ਮਨੁੱਖ ਵਿੱਚ ਜਨਮ ਲੈਣ ਲਈ ਆਇਆ। ਉਹ ਕਈ ਸਾਲ ਇਸ ਧਰਤੀ ਤੇ ਚੱਲਿਆ ਫਿਰਿਆ ਅਤੇ ਸਮੇਂ ਦੀਆਂ ਹੱਦਾਂ ਵਿੱਚ ਰਿਹਾ। ਮਿਕਾ ਨਬੀ, ਜਿਸ ਨੇ ਮਿਕਾ 5:2 ਵਿੱਚ ਯਿਸੂ ਦੇ ਜਨਮ ਸਥਾਨ ਬਾਰੇ ਭਵਿੱਖਬਾਣੀ ਕੀਤੀ, ਇਸ ਤਰ੍ਹਾਂ ਕਹਿੰਦਾ ਹੈ, ਪਰ ਹੇ ਬੈਤਲਹਮ, ਤੇਤੋਂ ਇੱਕ ਮੇਰੇ ਲਈ ਨਿਕਲੇਗਾ ਜੋ ਇਸਰਾਇਲ ਵਿੱਚ ਹਾਕਮ ਹੋਵੇਗਾ। ਹੁਣ ਧਿਆਨ ਦਿਓ, ਜਿਹਦਾ ਨਿਕਲਣਾ ਪ੍ਰਾਚੀਨ ਸਮੇਂ ਤੋਂ ਸਗੋਂ ਅਨਾਦ ਤੋਂ ਹੈ। ਕਿਰਪਾ ਕਰਕੇ ਮੈਨੂੰ ਸੁਣੋ। ਜਦੋਂ ਯਿਸੂ ਦਾ ਜਨਮ ਬੈਤਲਹਮ ਵਿੱਚ ਹੋਇਆ, ਇਹ ਉਸ ਦੀ ਸ਼ੁਰੂਆਤ ਨਹੀਂ ਸੀ। ਉਹ ਅਨਾਦ ਤੋਂ ਸੀ। ਇੱਕ ਮੌਕਾ ਜਦੋਂ ਯਿਸੂ ਬਾਲਕ ਸੀ ਤਾਂ ਉਸਨੇ ਕੁਝ ਆਗੂਆਂ ਨੂੰ ਕੋਈ ਗੱਲ ਆਖੀ ਜੋ ਬਹੁਤ ਹੀ ਹੈਰਾਨ ਕਰਨ ਵਾਲੀ ਸੀ। ਉਸਨੇ ਕਿਹਾ, ਅਬਰਾਹਾਮ ਦੇ ਹੋਣ ਤੋਂ ਪਹਿਲਾਂ ਮੈਂ ਹਾਂ। ਯਹੂਨਾ 8:58 ਵਚਨ। ਅਤੇ ਉਹ ਇਸ ਗੱਲ ਤੋਂ ਉਲਝ ਗਏ। ਯਿਸੂ 30 ਸਾਲ ਦਾ ਹੈ ਕਿ ਅਬਰਾਹਾਮ ਨਾਲੋਂ ਕਿਵੇਂ ਵੱਡਾ ਹੋ ਸਕਦਾ ਹੈ। ਪਰ ਉਹ ਪੂਰੀ ਗੱਲ ਨੂੰ ਨਹੀਂ ਸਮਝ ਸਕੇ। ਯਿਸੂ ਇਹ ਕਹਿ ਰਿਹਾ ਸੀ ਕਿ ਬੈਤਲਹਮ ਵਿੱਚ ਜਨਮ ਲੈਣ ਤੋਂ ਪਹਿਲਾਂ ਉਹ ਅਨਾਦ ਤੋਂ ਹੈ। ਯਿਸੂ ਬੈਤਲਹਮ ਵਿੱਚ ਹੀ ਹੋਂਦ ਵਿੱਚ ਨਹੀਂ ਆਇਆ। ਉਹ ਸੰਦੀਪਕ ਕਾਲ ਤੋਂ ਹੈ। ਪਰ ਇੱਕ ਮਨੁੱਖ ਦਾ ਰੂਪ ਧਾਰਨ ਕਰਕੇ ਉਸ ਦੀ ਸ਼ੁਰੂਆਤ ਬੈਤਲਹਮ ਵਿੱਚ ਹੋਈ। ਅਜਿਹਾ ਕੋਈ ਸਮਾਂ ਨਹੀਂ ਸੀ ਜਦੋਂ ਯਿਸੂ ਮੌਜੂਦ ਨਹੀਂ ਸੀ ਅਤੇ ਨਾ ਹੀ ਕੋਈ ਅਜਿਹਾ ਸਮਾਂ ਹੋਵੇਗਾ ਜਦੋਂ ਯਿਸੂ ਮੌਜੂਦ ਨਹੀਂ ਹੋਵੇਗਾ। ਉਹ ਪਰਮੇਸ਼ਰ ਦਾ ਸੰਦੀਪਕ ਪੁੱਤਰ ਹੈ। ਪਰ ਮੈਨੂੰ ਸੁਣੋ, ਪਰਮੇਸ਼ਰ ਦੇ ਸੰਦੀਪਕ ਪੁੱਤਰ ਨੇ ਸਾਡੇ ਫਾਇਦੇ ਲਈ, ਤੁਹਾਡੇ ਫਾਇਦੇ ਲਈ, ਸਾਡੇ ਸਭਨਾਂ ਦੇ ਫਾਇਦੇ ਲਈ ਇੱਥੇ ਧਰਤੀ ਤੇ ਆਉਣਾ ਅਤੇ ਆਪਣੇ ਆਪ ਨੂੰ ਦਿਨਾਂ ਅਤੇ ਘੰਟਿਆਂ ਅਤੇ ਸਾਲਾਂ ਦੇ ਸਮੇਂ ਵਿੱਚ ਸੀਮਤ ਕਰਨ ਦਾ ਫੈਸਲਾ ਕੀਤਾ। ਕਿੰਨਾ ਸ਼ਾਨਦਾਰ ਮੌਕਾ ਹੈ ਜਦੋਂ ਪਰਮੇਸ਼ਰ ਤਾਈ ਨੇ ਮਨੁੱਖਤਾਈ ਅਤੇ ਸੰਦੀਪਕਤਾ ਨੂੰ ਸਮੇਂ ਵਿੱਚ ਦਖਲ ਦਿੱਤਾ। ਭਾਗ ਈੜੀ, ਜਦੋਂ ਬਾਦਸ਼ਾਹੀ ਨੇ ਗਰੀਬੀ ਵਿੱਚ ਦਖਲ ਦਿੱਤਾ। ਅਤੇ ਫਿਰ ਤੀਜੀ ਗੱਲ, ਸਿਰਫ ਪਰਮੇਸ਼ਰ ਤਾਈ ਨੇ ਹੀ ਮਨੁੱਖਤਾਈ ਅਤੇ ਸੰਦੀਪਕਤਾ ਨੇ ਸਮੇਂ ਵਿੱਚ ਹੀ ਦਖਲ ਨਹੀਂ ਦਿੱਤਾ, ਪਰ ਬਾਦਸ਼ਾਹੀ ਨੇ ਵੀ ਗਰੀਬੀ ਵਿੱਚ ਦਖਲ ਦਿੱਤਾ। ਪਿਆਰੇ ਦਰਸ਼ਕੋ, ਇਹ ਸੀ ਤੁਹਾਡਾ ਸਭਨਾਂ ਦਾ ਮਨਪਸੰਦ ਪ੍ਰੋਗਰਾਮ ਦਿਸ਼ਾ ਪਰਿਵਰਤਨ। ਦੋਸਤੋ, ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਅਖੀਰ ਤੱਕ ਬਣੇ ਰਹਿਣ ਦੇ ਲਈ ਤੁਹਾਡਾ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਲੂਕਾ ਦੀ ਅੰਜੀਲ ਦੇ 2 ਅਧਿਆਇ ਦੀ 7 ਆਇਤ ਦੇ ਵਚਨਾਂ ਉੱਤੇ ਗੌਰ ਕਰ ਰਹੇ ਸੀ। ਬਾਈਬਲ ਬਾਣੀ ਦੀ ਇਸ ਆਇਤ ਦੇ ਅਨੁਸਾਰ ਪ੍ਰਭੂ ਯਿਸੂ 'ਮਸੀਹ ਜੀ ਦੇ ਜਨਮ ਵੇਲੇ ਸਰਾਂ ਦੇ ਵਿੱਚ ਕੋਈ ਵੀ ਜਗ੍ਹਾ
ਨਹੀਂ ਮਿਲੀ। ਇਸ ਕਰਕੇ ਉਹਨਾਂ ਦਾ ਜਨਮ ਖੁਰਲੀ ਦੇ ਵਿੱਚ ਹੋਇਆ। ਅਸੀਂ ਵੇਖ ਰਹੇ ਸੀ ਕਿ ਪ੍ਰਭੂ ਯਿਸੂ ਜੀ ਦੇ ਜਨਮ ਵੇਲੇ ਸਰਾਂ ਦੇ ਵਿੱਚ ਜਗ੍ਹਾ ਕਿਉਂ ਨਹੀਂ ਮਿਲੀ। ਇਸ ਦਾ ਜਵਾਬ ਹਾਸਿਲ ਕਰਨ ਦੇ ਲਈ ਅਸੀਂ ਵੇਖਿਆ ਕਿ ਇਹ ਇੱਕ ਸ਼ਾਨਦਾਰ ਮੌਕਾ ਸੀ। ਜਿਵੇਂ ਕਿ ਕ੍ਰਿਸਮਸ ਦਾ ਮੌਕਾ ਹੁੰਦਾ ਤਾਂ ਹਰ ਇੱਕ ਬਹੁਤ ਹੀ ਉਤਸ਼ਾਹਿਤ ਹੁੰਦਾ ਹੈ, ਭਾਵੇਂ ਹਾਲਾਤ ਕਿਹੋ ਜਿਹੇ ਵੀ ਕਿਉਂ ਨਾ ਹੋਣ, ਭਾਵੇਂ ਮੌਸਮ ਕਿੰਨਾ ਵੀ ਖਰਾਬ ਕਿਉਂ ਨਾ ਹੋਵੇ, ਭਾਵੇਂ ਬਾਹਰ ਬਰਫ਼ ਹੀ ਕਿਉਂ ਨਾ ਪੈ ਰਹੀ ਹੋਵੇ। ਇਹ ਕ੍ਰਿਸਮਸ ਦੇ ਉਤਸ਼ਾਹ ਨੂੰ ਘੱਟ ਨਹੀਂ ਕਰ ਸਕਦੇ, ਕਿਉਂਕਿ ਇਹ ਇੱਕ ਸ਼ਾਨਦਾਰ ਮੌਕਾ ਹੁੰਦਾ ਹੈ। ਇਹ ਉਹ ਮੌਕਾ ਸੀ ਜਦੋਂ ਪਰਮੇਸ਼ਵਰ ਨੇ ਦੋ ਵੱਖ-ਵੱਖ ਦੁਨੀਆ ਨੂੰ ਇੱਕ ਕਰ ਦਿੱਤਾ। ਇੱਥੇ ਪਰਮੇਸ਼ਵਰਤਾਈ ਨੇ ਮਨੁੱਖਤਾਈ ਦੇ ਵਿੱਚ ਦਖਲ ਦਿੱਤਾ, ਕਿਉਂਕਿ ਪਰਮੇਸ਼ਵਰ ਦੀ ਸਾਰੀ ਭਰਪੂਰੀ ਅਰਥਾਤ ਉਸ ਦੀ ਪਰਮੇਸ਼ਵਰਤਾਈ ਦੇਹਧਾਰੀ ਹੋ ਕੇ ਪ੍ਰਭੂ ਯਿਸੂ ਮਸੀਹ ਜੀ ਦੇ ਜ਼ਰੀਏ ਇਸ ਧਰਤੀ ਤੇ ਪ੍ਰਗਟ ਹੋ ਗਈ। ਅਸੀਂ ਜਾਣਿਆ ਕਿ ਇਹ ਉਹ ਮੌਕਾ ਸੀ ਜਦੋਂ ਪਰਮੇਸ਼ਵਰ ਦੀ ਸਦੀਪਕਤਾ ਨੇ ਸਮੇਂ ਵਿੱਚ ਦਖਲ ਦਿੱਤਾ। ਪਰਮੇਸ਼ਵਰ ਜੋ ਸਮੇਂ ਤੋਂ ਬਾਹਰ ਹੈ, ਉਹਨੇ ਆਪਣੇ ਆਪ ਨੂੰ ਸਮੇਂ ਦੇ ਵਿੱਚ ਸ਼ਾਮਿਲ ਕੀਤਾ। ਉਹਨੇ ਆਪਣੇ ਆਪ ਨੂੰ ਸਮੇਂ ਨੂੰ ਬਣਾਇਆ। ਪਰਮੇਸ਼ਵਰ ਸਮੇਂ ਦੀ ਸੀਮਾ ਦੇ ਵਿੱਚ ਨਹੀਂ ਰਹਿੰਦਾ, ਪਰ ਮਨੁੱਖ ਸਮੇਂ ਸੀਮਾ ਦੇ ਵਿੱਚ ਬੰਧਿਆ ਹੋਇਆ ਹੈ। ਸਦਾ ਕਾਲ ਦਾ ਪਰਮੇਸ਼ਵਰ ਆਪ ਦੇਹਧਾਰੀ ਹੋ ਕੇ ਜਨਮ ਲੈਂਦਾ ਅਤੇ ਮਨੁੱਖੀ ਸਮੇਂ ਦੇ ਵਿੱਚ ਦਖਲ ਦਿੰਦਾ ਅਤੇ ਆਪਣੇ ਆਪ ਨੂੰ ਸਮੇਂ ਦੀਆਂ ਹੱਦਾਂ ਦੇ ਵਿੱਚ ਸੀਮਿਤ ਕਰਦਾ ਹੈ। ਅਸੀਂ ਵੇਖਿਆ ਕਿ ਇਹ ਉਹ ਮੌਕਾ ਸੀ ਜਦੋਂ ਬਾਦਸ਼ਾਹੀ ਨੇ ਗਰੀਬੀ ਵਿੱਚ ਦਖਲ ਦਿੱਤਾ। ਦੋਸਤੋ, ਉਮੀਦ ਹੈ ਕਿ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਹੁਣ ਪ੍ਰੋਗਰਾਮ ਨੂੰ ਸਮਾਪਤ ਕਰਨ ਦਾ ਸਮਾਂ ਹੋ ਗਿਆ। ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮੁਲਾਕਾਤ ਕਰਾਂਗੇ। ਆਓ ਪ੍ਰਾਰਥਨਾ ਕਰਦੇ ਹਾਂ। ਸਾਡੇ ਮਹਾਨ ਅਨੁਗ੍ਰਹਕਾਰੀ ਦਿਆਲੂ ਪਰਮੇਸ਼ਵਰ ਪ੍ਰਭੂ ਯਿਸੂ ਮਸੀਹ ਜੀ ਦੇ ਨਾਂ 'ਚ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਵਰ ਕਿ ਅੱਜ ਪ੍ਰਭੂ ਜੀ ਅਸੀਂ ਇਸ ਗੱਲ ਨੂੰ ਜਾਣਿਆ ਕਿ ਤੁਸੀਂ ਇਸ ਧਰਤੀ ਤੇ ਜਦ ਜਨਮ ਲਿਆ ਤਾਂ ਕਿੰਨੀ ਮਹਾਨ ਗੱਲਾਂ ਹੋਈਆਂ। ਕਿਸ ਤਰ੍ਹਾਂ ਪ੍ਰਭੂ ਜੀ ਉਹ ਪਰਮੇਸ਼ਵਰ ਜੋ ਸਮੇਂ ਦੇ ਬੰਧਨ ਵਿੱਚ ਨਹੀਂ ਹੈ, ਉਹਨੇ ਆਪਣੇ ਆਪ ਨੂੰ ਸਮੇਂ ਦੇ ਅਧੀਨ ਕਰ ਦਿੱਤਾ। ਉਹ ਪਰਮੇਸ਼ਵਰ ਜਿਹੜਾ ਰਾਜਿਆਂ ਦਾ ਰਾਜਾ ਹੈ, ਇਸ ਗਰੀਬ ਦੁਨੀਆ ਦੇ ਵਿੱਚ ਜੋ ਪਾਪ ਨਾਲ ਭਰੀ ਹੋਈ ਸੀ, ਪ੍ਰਭੂ ਜੀ ਆਪਣੇ ਆਪ ਨੂੰ ਉਸ ਦੇ ਨਾਲ ਸ਼ਾਮਿਲ ਕਰ ਲਿਆ। ਪਿਆਰੇ ਪਿਤਾ ਪਰਮੇਸ਼ਵਰ, ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡੇ ਇਸ ਅੱਛੇ ਵਚਨ ਵਾਸਤੇ ਕਿ ਤੁਸੀਂ ਸਾਡੇ ਤੇ ਦਇਆ ਕੀਤੀ। ਯਿਸੂ ਮਸੀਹ ਦੇ ਨਾਂ 'ਚ ਇਸ ਪ੍ਰਾਰਥਨਾ ਨੂੰ ਮੰਗਦੇ ਹਾਂ, ਆਮੀਨ। ਕੀ ਤੁਹਾਨੂੰ ਇਹ ਪ੍ਰੋਗਰਾਮ ਪਸੰਦ ਆਇਆ? ਹੁਣੇ ਸਾਨੂੰ ਇੱਕ ਮਿਸ ਕਾਲ ਦਿਓ ਤੇ ਤੁਸੀਂ ਅਗਲੇ ਜੇਤੂ ਹੋ ਸਕਦੇ ਹੋ।